ਹੈਲੋ ਹਾਂਜੀ ਬੇਟਾ, ਅੱਜ ਅਸੀਂ ਤੁਹਾਡਾ ਬਹੁਤ ਹੀ ਇੰਪੋਰਟੈਂਟ ਜਿਹੜਾ ਟੌਪਿਕ ਹੈ ਉਹ ਕਰਨ ਜਾ ਰਹੇ ਹਾਂ। ਦੈਟ ਇਜ਼ ਟ੍ਰਾਂਸਲੇਸ਼ਨ। ਟ੍ਰਾਂਸਲੇਸ਼ਨ ਤੁਹਾਡਾ 6th ਚੈਪਟਰ ਜਿਹੜਾ ਹੈਗਾ ਉਹਦੇ ਵਿੱਚੋਂ ਲਿਆ ਗਿਆ। ਇਸ ਤੋਂ ਪਹਿਲਾਂ ਜਿਹੜਾ ਕੁਛ ਅਸੀਂ ਕਰ ਲਿਆ ਉਹਦੇ ਬਾਰੇ ਦੇਖ ਲਈਏ। ਸਭ ਤੋਂ ਪਹਿਲਾਂ ਅਸੀਂ ਕੀਤਾ ਸੀ DNA ਦੀ ਸਟਰਕਚਰ, ਉਸ ਤੋਂ ਬਾਅਦ ਸੈਮੀ ਕੰਜ਼ਰਵੇਟਿਵ ਜਿਹੜਾ ਹੈਗਾ ਰੈਪਲੀਕੇਸ਼ਨ DNA ਦੀ, then DNA replication ਕੀਤਾ and after that transcription। ਤੇ ਹੁਣ ਜੇ ਅਸੀਂ ਥੋੜਾ ਜਿਹਾ ਸੈਂਟਰਲ ਡੌਗਮਾ ਬਾਰੇ ਦੇਖ ਲਈਏ ਪ੍ਰੋਟੀਨ ਸਿੰਥੇਸਿਸ ਤੋਂ ਪਹਿਲਾਂ। what is central dogma? it is the flow of information। ਜਿਹੜੀ ਸੂਚਨਾ ਹੈਗੀ ਹੈ ਉਹਦਾ ਵਹਾਅ ਹੈਗਾ ਕਿੱਧਰੋਂ। ਸੂਚਨਾ ਸ਼ੁਰੂ ਕਿੱਥੋਂ ਹੁੰਦੀ ਹੈ? DNA। DNA is the supreme। DNA ਤੋਂ ਇਨਫੋਰਮੇਸ਼ਨ ਸਟਾਰਟ ਹੋ ਕੇ ਬਚ ਜਾਂਦੀ ਹੈ ਇਨ ਦਾ ਕੋਡਡ ਫਾਰਮ। ਅਸੀਂ ਦੇਖਿਆ ਹੈਗਾ ਮੈਸੇਂਜਰ RNA ਬਣਿਆ, ਉਹਦੇ ਵਿੱਚ ਟ੍ਰਿਪਲੇਟਸ ਬਣੇ ਨੇ, ਤਾਂ ਉਹ ਟ੍ਰਿਪਲੇਟਸ ਦੇ ਵਿੱਚ ਅਸੀਂ ਕੋਡਡ ਇਨਫੋਰਮੇਸ਼ਨ ਕਹਿੰਦੇ ਹੈਗੇ ਆ। ਦੈਨ ਉਹ ਜਿਹੜੀ ਸਿੰਥੇਸਿਸ ਹੁੰਦੀ ਹੈ ਇਹ ਨਿਊਕਲੀਅਸ ਦੇ ਵਿੱਚ ਵਾਪਰਦਾ, ਤੇ ਉਸ ਤੋਂ ਬਾਅਦ ਜਿਹੜੇ ਮੈਸੇਂਜਰ RNA ਹੈਗੇ ਨੇ ਉਹ ਸ਼ਿਫਟ ਕਰ ਜਾਂਦੇ ਨੇ, ਟ੍ਰਾਂਸਫਰ ਕਰ ਜਾਂਦੇ ਨੇ ਟੂ ਦ ਸਾਈਟੋਪਲਾਜ਼ਮ। ਜਿਹੜਾ ਨਿਊਕਲੀਅਰ ਮੈਂਬਰੇਨ ਹੈਗੀ ਆ ਉਹਦੇ ਵਿੱਚ ਸੁਰਾਖ ਨੇ, ਉਹਦੇ ਵਿੱਚ ਪੋਰਸ ਹੁੰਦੇ ਨੇ, ਨਿਊਕਲੀਅਰ ਪੋਰਸ। ਉਹਨਾਂ ਦੇ ਵਿੱਚ ਦੀ ਮੈਸੇਂਜਰ RNA ਜਿਹੜਾ ਉਹ ਲੰਘ ਜਾਂਦਾ ਹੈ, ਜਦੋਂ ਕਿ DNA ਦਾ ਜਿਹੜਾ ਮਾਲੀਕਿਊਲ ਹੈਗਾ ਉਹ ਬਹੁਤ ਵੱਡਾ ਹੈ, ਉਹ ਬਾਹਰ ਨਹੀਂ ਜਾ ਸਕਦਾ। ਸੋ DNA ਦਾ ਇੱਕ ਬਹੁਤ ਛੋਟਾ ਹਿੱਸਾ ਜਿਹੜਾ ਹੈਗਾ ਉਸੇ ਨੂੰ ਅਸੀਂ ਜਿਹੜਾ ਹੈਗਾ ਟ੍ਰਾਂਸਕ੍ਰਿਪਟ ਕਰਦੇ ਹੈਗੇ ਆ। ਵੱਡਾ ਪੂਰੇ ਦਾ ਪੂਰਾ DNA ਜਿਹੜਾ ਉਹ ਕਦੇ ਵੀ ਟ੍ਰਾਂਸਕ੍ਰਿਪਸ਼ਨ ਨਹੀਂ ਹੁੰਦੀ। ਸੈਂਟਰਲ ਡੌਗਮਾ ਜਿਹੜਾ ਜੇ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਸੈਂਟਰਲ ਡੌਗਮਾ DNA ਤੋਂ ਟ੍ਰਾਂਸਕ੍ਰਿਪਟ ਹੋ ਕੇ ਮੈਸੇਂਜਰ RNA ਜਾਂਦਾ ਹੈਗਾ ਰਾਈਬੋਸੋਮਸ ਕੋਲੇ, ਤਾਂ ਰਾਈਬੋਸੋਮਸ ਦੇ ਕੋਲੇ ਜਾ ਕੇ ਫਿਰ ਉਹ ट्रांसलेशन करता है। पॉलीपेप्टाइड चेन है जी उधर डीकोडिंग हो जाती है, तो वही सूचना है जी फिर पॉलीपेप्टाइड चेन के बच जाती है। सो इसे इसे लड़ी के चलते हैं ट्रांसलेशन। तो प्रोटीन सिंथेसिस इनू कहा जाता है। तो सब तो पहला असी ये कंपोनेंट्स किहड़े चाहिए ने, रिक्वायर्ड है। फस्ट इज राइबोसोम्स। राइबोसोम्स जिवें असीं देखिया है कि राइबोसोम इज द मेन फैक्टरी फॉर प्रोटीन सिंथेसिस। सो राइबोसोम्स ते ही मैन्युफैक्चरिंग होनी है। अगर जाके राइबोसोम्स के 2 सब यूनिट्स होंगे ने, वन स्मॉलर एंड द सेकेंड सब यूनिट इज द लार्जर वन। जिहड़ा स्मॉलर सब यूनिट हैगा उहदे नाल जाके मैसेंजर RNA जिहड़ा वो जाके अटैच हो जाता, प्लस ਉਹਦੇ ਕੋਲੇ ਰੈਕੋਗਨੀਸ਼ਨ ਪੁਆਇੰਟ ਵੀ ਪਿਆ, ਰੈਕੋਗਨਾਈਜ਼ ਕਰਦਾ ਉਹ ਕਿਹਨੂੰ, ਮੈਸੇਂਜਰ RNA ਨੂੰ ਫॉर ਪ੍ਰੋਟੀਨ ਸਿੰਥੇਸਿਸ, ਤੇ ਆਪਣੇ ਨਾਲ ਅਟੈਚ ਕਰਦਾ। ਫਿਰ ਜਿਹੜਾ ਲਾਰਜਰ ਸਬ ਯੂਨਿਟ ਹੈਗਾ ਉਹਦੇ ਕੋਲੇ ਇੱਕ ਤਾਂ ਗਰੂਵ ਪਈ ਹੈ। ਗਰੂਵ ਮੀਨਸ ਇੱਕ ਝਿਰੀ ਜੀ ਪਈ ਹੈ। ਤੁਸੀਂ ਦੇਖਿਆ ਹੋਣਾ ਜਦੋਂ ਕੰਸਟਰਕਸ਼ਨ ਚੱਲਦੀ ਹੈ ਤਾਂ ਉਸ ਸਮੇਂ ਕੰਧ ਦੇ ਵਿੱਚ ਝਿਰੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਪਾਈਪਾਂ ਨੂੰ ਉਹਦੇ ਵਿੱਚ ਜਿਹੜਾ ਹੈਗਾ ਇਨਸਰਟ ਕੀਤਾ ਜਾ ਸਕੇ ਤੇ ਉੱਪਰ ਪਲਾਸਟਰ ਕਰਕੇ ਬਿਲਕੁਲ ਪਲੇਨ ਕਰ ਦਿੱਤਾ ਜਾਂਦਾ। ਸੋ ਇਸੇ ਤਰ੍ਹਾਂ ਹੀ ਜਿਵੇਂ ਪਾਈਪ ਲੰਘਦੀ ਹੈਗੀ ਹੈ ਝਿਰੀ ਦੇ ਵਿੱਚ ਦੀ, ਬਿਲਕੁਲ ਇਸੇ ਤਰ੍ਹਾਂ ਹੀ ਲਾਰਜਰ ਸਬ ਯੂਨਿਟ ਕੋਲੇ ਵੀ ਜਿਹੜਾ ਹੈਗਾ ਗਰੂਵ ਪਈ ਹੈ ਜਿਹਦੇ ਵਿੱਚ ਦੀ ਪੋਲੀਪੈਪਟਾਈਡ, ਨਿਊਲੀ ਫਾਰਮਡ ਪੋਲੀਪੈਪਟਾਈਡ ਚੇਨ ਹੈ ਜਿਹੜੀ ਉਹਦੇ ਵਿੱਚ ਦੀ ਲੰਘਦੀ ਹੈ, ਤਾਂ ਕਿ ਜਿਹੜੇ ਐਂਜ਼ਾਈਮਸ ਹੈਗੇ ਨੇ ਉਹਦੇ ਆਲੇ ਦੁਆਲੇ ਰਾਈਬੋਸੋਮ ਦੇ ਸਾਈਟੋਪਲਾਜ਼ਮ ਦੇ ਵਿੱਚ ਉਹ ਉਸ ਨੂੰ ਨੁਕਸਾਨ ਨਾ ਕਰਨ, ਉਹਨੂੰ ਤੋੜ ਨਾ ਦੇਣ। ਦੈਨ ਇੱਕ ਇਹਦੇ ਕੋਲੇ ਹੁੰਦੀ ਆ ਜਿਹੜੇ 2 ਸਬ ਯੂਨਿਟਸ ਹੈਗੇ ਨੇ, ਉਹਨਾਂ ਦੋਨਾਂ ਦੇ ਵਿਚਕਾਰ ਜਦੋਂ ਇਹ ਦੋਨੇ ਇੱਕ ਦੂਸਰੇ ਤੇ ਫਿਕਸ ਹੋ ਜਾਂਦੇ ਨੇ ਤਾਂ ਦੋਨਾਂ ਦੇ ਵਿਚਕਾਰ ਇੱਕ ਟਨਲ ਰਹਿ ਜਾਂਦੀ ਹੈ, ਸੁਰੰਗ। ਜਿਵੇਂ ਟਨਲ ਦੇ ਵਿੱਚ ਦੀ ਟ੍ਰੇਨ ਲੰਘਦੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਦੇਖੋ ਮੰਨ ਲਓ ਮੈਸੇਂਜਰ RNA ਹੈਗਾ ਤਾਂ ਇਹ ਟਨਲ ਦੇ ਵਿੱਚ ਦੋਨਾਂ ਦੇ ਵਿਚਾਲੇ ਹੈ। ਇਹ ਦੋਨਾਂ ਦੇ ਸੈਂਟਰ ਇੱਕ ਟਨਲ ਹੈ ਜਿਹਦੇ ਵਿੱਚ ਦੀ ਮੈਸੇਂਜਰ RNA ਟ੍ਰੇਨ ਵਾਂਗੂ ਲੰਘ ਜਾਂਦਾ, ਤੇ ਜਦੋਂ ਉਹ ਲੰਘਦਾ ਜਾਂਦਾ ਉਸ ਨੂੰ ਰੀਡ ਕਰ ਲਿਆ ਜਾਂਦਾ ਤੇ ਉਹਦੀ ਜਿਹੜੀ ਕਾਪੀ ਹੈਗੀ ਹੈ ਕਰ ਲਈ ਜਾਂਦੀ ਹੈ ਇਨ ਦਾ ਫਾਰਮ ਆਫ ਪੋਲੀਪੈਪਟਾਈਡ ਚੇਨ।
एक तो ज़्यादा कापियां भी एको ही मैसेंजर आरएनए के राही मतलब एको ही तरह दी पॉलीपेप्टाइड चेन ने जिहड़ियां सानूं जे चाहीदियां ने ਤਾਂ ਉਹ भी बन सकदियां ने। ਉਹ ਕੀ ਹੁੰਦਾ भी बहुत सारे ਜਿਹੜੇ ਹੈਗੇ ਨੇ ਰਾਈਬੋਸੋਮਸ ਇੱਕੋ ਹੀ ਮੈਸੇਂਜਰ ਆਰਐਨਏ ਦੇ ਨਾਲ ਅਟੈਚਡ ਹੋ ਜਾਂਦੇ ਨੇ ਤਾਂ ਉਹ ਜਿੱਥੋਂ ਲੰਘ ਜਾਂਦਾ ਉਸ ਤੋਂ ਨੈਕਸਟ ਫੇਰ ਜਾ ਕੇ ਅਟੈਚ ਹੋ ਜਾਂਦਾ ਫੇਰ ਜਾ ਕੇ ਅਟੈਚ ਹੋ ਜਾਂਦਾ ਐਂਡ ਦਿਸ ਇਜ਼ ਨੋਨ ਐਜ਼ ਪੋਲੀਸੋਮ। ਤੇ ਇਹਦੇ ਚੋਂ बहुत सारिया कापियां ने जिहड़ियां इक्को ही तरह दी मल्टीपल कॉपीज दे आर ट्रांसलेटेड इनू ट्रांसलेशनल एम्पलीफिकेशन भी कहते हैं। दैन नैक्सट जिहड़ा हैगा अमीनो एसिड टीआरएनए सिंथेसिस ये एंजाइम्स हैगे ने जिहड़े इहदे वास्ते लोड़ हैगी है सिंथेसिस अमीनो एसिड टीआरएनए नू जोड़न वास्ते एंजाइम्स हैगे ने सिंथेसाइज करते हैं उन्होंने टीआरएनए नू एक्टिवेट करते हैं। एक्टिवेशन की है जो उन्होंने कोले कोई समान है तो वह भज लेंगे ने लैके उत्थे नू जिथे उन्होंने पहुँचाना है। दैन नैक्सट इज टीआरएनएस। टीआरएनएस असीं पढ़ लिया तकरीबन 100 टाइप्स के टीआरएनएस हैगे ने डिफरेंट टाइप्स के डिफरेंट अमीनो एसिड्स नू लेके आउंदे ने प्लस इन्हां कोले एंटी कटोन्स हैगे ने मैसेंजर आरएनए कोले कटोन्स हैगे ने ते इन्हां कोले एंटी कटोन्स हैगे ने तां ये एंटी कटोन्स हैगे ने जिहड़े इस तरह लग जांदे ने इन्हां नू पहचान के उन्हां दे नाल बॉन्डिंग करदे हैगे ने ते ये टीआरएनए जिहड़ा उहदे कोले उपर शिखर ते जिहड़ा अमीनो एसिड है जिहड़ा ओह लग्गिया हुंदा है ओनू अमीनो एसिड नू लैके आउंदा ते उन्नी देर हाइड्रोजन बॉन्डिंग है सिंपल बॉन्ड्स ने जिहड़े ओह कोडोन जिहड़े हैगे ने मैसेंजर आरएनए दे एंटी कटोन टीआरएनए दे ओह आपस में बनाउंदे। then place site of translation ਹੁਣ ट्रांसलेशन ਜਿਹੜੀ ਹੈਗੀ ਉਹ ਕਿੱਥੇ ਵਾਪਰਦੀ ਹੈ ਰਾਈਬੋਸੋਮਸ ਤੇ ਵਾਪਰਦੀ ਹੈ। ਰਾਈਬੋਸੋਮ ਦੇ ਕੋਲੇ 3 ਸਾਈਟਸ ਪਈਆਂ ਨੇਗੀਆਂ A site B site and E site। A site is the acceptor site accept ਕਰਦਾ tRNA ਆ ਰਿਹਾ ਹੈ tRNA ਨੂੰ accept ਕਰਦਾ ਹੈ ਤੇ ਅਮੀਨੋ ਐਸਿਡ ਨਵਾਂ ਜਿਹੜਾ ਹੈਗਾ ਉਹ ਲੈ ਕੇ ਆਉਂਦਾ ਸੋ ਇਟ ਇਜ਼ the acceptor site ਅਮੀਨੋ ਐਸਿਡ ਆ ਰਿਹਾ। then second is the P site इस तो A site तो एक बार रिसीव होके लैंड करके उस तो अगे P site पे जाके ने बॉन्डिंग बनानी है बॉन्ड करके पेप्टाइड बॉन्ड बन जाता है। पेप्टाइड बॉन्ड बन के उस तो बाद ये खाली हो जाता है ये जेडे सैपरेट हो जाते हैं अमीनो एसिड जिहड़ा हैगा इहदे नालों सैपरेट हो जाता है टीआरएनए दे नाल फिर ये एग्जिट कर देता है E साइट तो बाहर निकल जाता है। ਹੁਣ ਇਹਦੇ ਵਿੱਚੋਂ ਜਿਹੜੀ ਪੀ ਸਾਈਟ ਹੈਗੀ ਆ ਉਹ ਦੋਨਾਂ ਦੀ ਸਾਂਝੀ ਹੈ ਤੇ ਏ ਐਂਡ ਈ ਸਾਈਟ ਜਿਹੜੀ ਹੈਗੀ ਆ ਉਹ ਲਾਰਜਰ ਸਬ ਯੂਨਿਟ ਕੋਲ ਪਈ। ਉਹਦਾ ਨੈਕਸਟ ਜਿਹੜਾ ਅਸੀਂ ਦੇਖੀਏ ਅਮੀਨੋ ਐਸਿਡਸ ਹੈਗੇ ਨੇ ਡਿਫਰੈਂਟ ਟਾਈਪਸ ਦੇ 20 ਟਾਈਪਸ ਆਫ ਅਮੀਨੋ ਐਸਿਡ ਦੇ ਆਰ ਪ੍ਰੈਜ਼ੈਂਟ ਠੀਕ ਹੈ ਤੇ ਉਹ ਇੱਕ ਲੜੀ ਦੇ ਵਿੱਚ ਆ ਕੇ ਲੱਗ ਜਾਂਦੇ ਨੇ ਪੈਪਟਾਈਡ ਬੌਂਡਸ ਬਣਾਉਂਦੇ ਨੇ। दो जणियां दे विच पेप्टाइड बॉन्ड बनता बच्चे देखो ये जिहड़ा हैगा एक अमीनो एसिड हैगा जनरल फार्मूला आर दिखाया होया कोई भी इहदे च जिहड़ा हैगा एल्काइल ग्रुप हो सकदा है तां हुण इहदी पहचान की है भी एक पासे NH2 ग्रुप अमीनो ग्रुप लगे ते दूसरे पासे COOH कार्बोक्सिल ग्रुप लगे। एक अमीनो एसिड कोले जे इहदा एक H जिहड़ा हैगा OH वाला ये कई बार इहदे नाल उत्तर के इधर भी आ जांदा NH3 बन जाता है पॉजिटिव हो जाता है ए COO नेगेटिव हो जाता है स्विट्जर्स आयंस भी कहते हैं। ते दो जिहड़े हैगे ने इन्हां दे विचों देखो आह कढिया होया वाटर मॉलिक्यूल एक दा NH अमीनो दा H ते कार्बोक्सिल दा OH ग्रुप है जिहड़ा ये दोने आपस में बॉन्डिंग करके एक वाटर मॉलिक्यूल जिहड़ा हैगा एलिमिनेट हो जाता सीधे बॉन्ड बना लेते हैं CONH दिस इज द पेप्टाइड बॉन्ड। सो यही पेप्टाइड बॉन्ड ने जिहड़े बार बार बनी जाते हैं इन्हां दे विच सारे मैं डिफरेंट टाइप्स के दिखाए हुए ने तां ये 20 टाइप्स के मेरे को कलर नहीं है सो डिफरेंट टाइप के डिफरेंट सीक्वेंसिस के नाल अटैच हो जाते हैं। सो पॉली मीनस मैनी पेप्टाइड बॉन्ड्स जिहड़े हैगे ने दे आर फाउंड इन ए सिंगल चेन। दैन मैसेंजर आरएनए कोले नक्शा हैगा कोडेड इनफॉर्मेशन पई है ਉਹਦੇ ਕੋਲੇ। सो ਹੁਣ ਨੈਕਸਟ ਅਸੀਂ ਦੇਖਦੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਮੈਕੈਨਿਜ਼ਮ ਦੇਖੀਏ मैकेनिज्म ऑफ प्रोटीन सिंथेसिस।
फर्स्ट पॉइंट इज एक्टिवेशन ऑफ अमीनो एसिड। जेडे अमीनो एसिड हैगे ने वो ATP प्लस एंजाइम अमीनो एसाइल tRNA सिंथेटेज, अमीनो एसाइल tRNA सिंथेटेज एंजाइम है ना, प्लस ATP इज नीडेड एनर्जी है जी वो इहदे नाल जुड़ जाती है। सो इत्थे एक कंपलैक्स बन जाता बेटा, अमीनो एसाइल एडिनाइलेट एंजाइम कंपलैक्स। तो इहदे विचों जिहड़ा हैगा पायरोफॉस्फेट जिहड़ा मॉलिक्यूल हैगा, वन मॉलिक्यूल ऑफ पायरोफॉस्फेट वो बाहर निकल जाता है। पायरोफॉस्फेट जिहड़ा हैगा आफ्टर हाइड्रोलिसिस पानी दे नाल मिलके इनऑर्गेनिक फॉस्फेट है जिहड़ा वो बना लेंगे। देन नेक्स्ट सेकंड पॉइंट है इसे दा ही चार्जिंग, ये इनिशिएशन हो गया, इनिशिएशन ऑफ द प्रोसेस प्रोटीन सिंथेसिस। इनिशिएशन दे विच दो ने, एक एक्टिवेशन ऑफ अमीनो एसिड, दूजा हैगा चार्जिंग ऑफ tRNA या फिर अमीनो असाइलेशन ऑफ tRNA। मतलब tRNA दे नाल अमीनो एसिड है जिहड़ा खास तरह दा जुड़ना। सो इस तरह नाल वो एक्टिवेट हो जाएंगे। इत्थे साडे कोल जिहड़ा कंपलैक्स बनिया अमीनो एसाइड एडिनाइलेट एंजाइम कंपलैक्स, यही हैगा सेम बच्चों, ਇਹਦੇ ਨਾਲ tRNA जुड़ जाता। हुण देखो tRNA जदों आ गया फिर इहने की करना, AMP ते एंजाइम बाहर निकल जाते हैं, विचोले ने दोनों को जोड़ के आप बाहर निकल गए थे AA एंड tRNA कंपलैक्स है जिहड़ा अमीनो एसाइड tRNA कंपलैक्स है जिहड़ा वो बनदा। हुण इत्थे जिहड़ा ATP दी इहदे कोल एनर्जी सीगी, ओही एनर्जी जिहड़ी हैगी है दैट विल बी यूज्ड फॉर द फॉर्मेशन ऑफ पॉलीपेप्टाइड। देन नेक्स्ट है इनिशिएशन, शुरुआत हो गई। IF फैक्टर जिहड़े हैगे ने इनिशिएशन फैक्टर चाहिए ने, इहदे कोल 3 फैक्टर 2 एंड 1 ये सारे काम करते हैं। इहदा हैगे ने प्रोकैरियोट्स दे विच ते यूकैरियोट्स दे विच इनिशिएशन 9 टाइप्स दे हैगे ने इनिशिएशन फैक्टर 2 3 1 देन 4 दे अगों 4 तरह दे हैगे ने ABCD देन 5 एंड 6। सो 9 टाइप्स दे पए ने साडे कोल, जिन्हां दे विचों ਆਪਾਂ देखते हैं भी कितने किहड़ी की लोड़ पैंदी हैगी। 40S प्लस मैसेंजर RNA। हुण इत्थे जिहड़ा हैगा राइबोसोम दे जिहड़े दोने सब यूनिट्स हैगे ने वो खिलरे ही पए हुंदे ने, जदों लोड़ पैंदी है उदों ही एसोसीएट होंदे ने, उस तो बाद फिर पॉलीपेप्टाइड चेन है जिहड़ी बना के दोबारा फिर डिसोसीएट हो जांदे ने। सो इत्थे जिहड़ा मैसेंजर RNA जिहड़ा हैगा वो आ जाता है TS कोड 40S कोले, छोटा जिहड़ा हैगा सब यूनिट उहदे कोले आ जाता है ते उहदे नाल अटैच हो जाता है। इत्थे देखो अमीनो एसिड tRNA दे नाल अटैच हो गया। दूसरे पासे 40S जिहड़ा हैगा राइबोसोम दा छोटा सब यूनिट हैगा उहदे कोले मैसेंजर RNA आ जाता है, क्योंकि छोटा सब यूनिट है जिहड़ा उहनूं पहचानदा हैगा ते उहनूं अपने नाल जोड़ लैंदा G कैपिटल। सो इत्थे जिहड़ा हैगा सानूं इनिशिएशन फैक्टर 2 एंड 3 दैट इज नीडेड। हर जगह ज़्यादातर GTP इस्तेमाल होता है। 40S मैसेंजर RNA कंपलैक्स बन गया। देन आफ्टर दैट 40S मैसेंजर RNA प्लस आ जिहड़ा tRNA अमीनो एसिड जिहदे कोले हैगा वो आ जाता है कोले। तां मेथ सब तो फर्स्ट किहड़ा हैगा मेथ। तां इत्थे जिहड़े हैगे ने देखो इनिशिएशन फैक्टर 2 3 जिहड़े हैगे ने वो आके जुड़ जाते हैं 40S के उत्ते। 40S के उत्ते आके जुड़ जाते हैं, जिहदे नाल की हुंदा वो जिहड़ा सब तो पहला tRNA हैगा, सब तो फर्स्ट जिहड़ा कोडोन हैगा AUG मैसेंजर RNA दा ओनू खिच लिआउंदे ने P साइड ते। वैसे तो एक्सेप्टर साइड ते आउंदे ने, पर सब तो फर्स्ट है जिहड़ा वो P साइड ते आऊगा AUG। रेयरली वेरी रेयरली GUG हुंदा वेलाइन, पर मोस्टली जिहड़ा हैगा इट इज AUG। कोड जिहड़ा हैगा इनिशिएशन कोड आपां पहलां भी गल कीती सी भी ये स्टार्ट करदा है प्रोसैस नूं। सो इहनूं पहचान के जदों P साइड ते आ जांदे ने फिर इहनूं पहचान के UAC जिहदे कोले एंटीकोडोन पिया है इहदे नाल कॉम्प्लीमेंटरी एंटीकोडोन जिहड़ा पिया जेडे tRNA कोले वो tRNA अपना अमीनो एसिड लैके आ जाए। सो P कोले आ गया फर्स्ट
ਤਾਂ ਹੁਣ ਸੈਕਿੰਡ ਜਿਹੜਾ ਹੈਗਾ ਉਹ ਏ ਕੋਲੇ ਖਾਲੀ ਜਗ੍ਹਾ ਪਈ ਹੈ ਤਾਂ ਉਹਨੇ ਏ ਦੇ ਕੋਲੇ ਹੀ ਆਉਣਾ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਕੋਡਸ ਆਈ ਜਾਣਗੇ ਉਸ ਤਰ੍ਹਾਂ ਦੇ ਐਂਟੀਕੋਡੋਨਸ ਲੈ ਕੇ ਐਂਟੀਕੋਡੋਨਸ ਹੈਗੇ ਨੇ, ਐਂਟੀਕੋਡੋਨਸ ਡਿਫਰੈਂਟ ਹੈ ਕਿ TRNAs ਜਿਹੜੇ ਹੈਗੇ ਨੇ ਉਹ ਡਿਫਰੈਂਟ ਆਈ ਜਾਣਗੇ। ਤੇ ਉਸ ਤੋਂ ਬਾਅਦ ਕੀ ਹੈ ਬੇਟਾ ਆ ਜਿਹੜਾ ਪੈਪਟੀਡਾਈਲ ਟ੍ਰਾਂਸਫਰੇਜ਼ ਜਦੋਂ ਦੇਖੋ ਇੱਕ ਵਾਰੀ ਸਮਾਲ ਜਿਹੜਾ सब यूनिट हैगा मैसेंजर RNA ਦੇ ਨਾਲ ਅਟੈਚ ਹੋ ਗਿਆ, ਉਧਰੋਂ tRNA ਅਟੈਚ ਹੋ ਗਿਆ, tRNA ਵੀ ਆ ਗਿਆ ਪਹਿਲਾਂ ਫਸਟ, ਤਾਂ ਉਸ ਤੋਂ ਬਾਅਦ ਜਿਹੜਾ ਲਾਰਜਰ सब यूनिट ਆ ਕੇ ਫਿਕਸ ਹੋਊਗਾ ਉਹਦੇ ਫਿਰ ਐਸੋਸੀਏਸ਼ਨ ਹੁੰਦੀ, ਇਹਨੂੰ ਆਪਾਂ ਐਸੋਸੀਏਸ਼ਨ ਕਹਿੰਦੇ। ਤਾਂ ਹੁਣ ਇੱਥੇ ਦੇਖੋ ਇਹ ਜਦੋਂ ਸੈਕਿੰਡ ਆ ਗਿਆ ਫਿਰ ਨੈਕਸਟ ਉਸ ਤੋਂ ਬਾਅਦ ਸੈਕਿੰਡ ਨਹੀਂ ਆਉਣਾ, ਜਦੋਂ ਸੈਕਿੰਡ tRNA ਆ ਗਿਆ ਤਾਂ ਪੈਪਟੀਡਾਈਲ ਟ੍ਰਾਂਸਫਰੇਜ਼ ਐਂਜ਼ਾਈਮ ਇਹਨਾਂ ਦੋਨਾਂ ਨੂੰ ਜੋੜਦਾ। ਇਹ ਦੋ ਜਿਹੜੇ ਅਮੀਨੋ ਐਸਿਡਸ ਹੈਗੇ ਨੇ ਉਹਨਾਂ ਦੇ ਵਿੱਚ ਬੌਂਡਿੰਗ ਹੋ ਜਾਣੀ ਹੈ। ਕਿਹੜੇ ਬੌਂਡ ਬਣਨਾਗਾ? ਪੈਪਟਾਈਡ ਬੌਂਡ CONH। ਇੱਕ ਦਾ ਜਿਹੜਾ ਹੈਗਾ ਦੇਖੋ ਜਿਹੜਾ P ਤੇ ਪਿਆ ਉਹਦਾ ਤਾਂ COOH, ਜਿਹੜਾ A ਸਾਈਡ ਤੇ ਪਿਆ ਅਮੀਨੋ ਐਸਿਡ ਉਸ ਦਾ NH2 ਵਾਲਾ, ਇਹਦਾ H ਲੈ ਗਿਆ, ਇਹਦਾ OH ਲੈ ਗਿਆ, ਵਾਟਰ ਮੋਲੀਕਿਊਲ ਐਲੀਮੀਨੇਟ ਹੋ ਗਿਆ ਇੱਥੋਂ, ਤਾਂ ਇਹ ਆਪਸ ਵਿੱਚ ਬੌਂਡਿੰਗ ਕਰ ਲੈਂਦੇ ਨੇ CONH। ਦਿਸ ਇਜ਼ ਦ ਪੈਪਟਾਈਡ ਬੌਂਡ। ਹੁਣ ਉਸ ਤੋਂ ਬਾਅਦ ਇਹ ਨੈਕਸਟ ਇਹ ਥੋੜਾ ਜਿਹਾ ਟਵਿਸਟ ਕਰਦਾ, ਰੋਟੇਟ ਕਰਦਾ, ਮੈਸੇਂਜਰ RNA ਰੋਟੇਟ ਕੀਤਾ, ਉਹਦੇ ਨਾਲ ਕੀ ਹੋਇਆ ਇਹਨਾਂ ਦੇ ਜਿਹੜੇ ਕੋਡੋਨ ਤੇ ਐਂਟੀਕੋਡੋਨ ਦੀ ਜਿਹੜੀ ਬੌਂਡਿੰਗ ਹੈ ਉਹ ਟੁੱਟ ਜਾਂਦੀ ਹੈ। ਇਹ ਟੁੱਟ ਗਿਆ ਅਮੀਨੋ ਐਸਿਡ tRNA ਇਹਦੇ ਨਾਲੋਂ ਟੁੱਟ ਗਿਆ ਤੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਜਰਕ ਮਾਰਦਾ ਤੇ ਅੱਗੇ ਨੂੰ ਜਾਂਦਾ, ਜਿਹਦੇ ਨਾਲ ਕੀ ਹੁੰਦਾ AUG ਅੱਗੇ ਲੰਘ ਗਿਆ ਤੇ ਆ ਜਿਹੜਾ A ਸਾਈਡ ਤੇ ਸੀਗਾ ਕੋਡੋਨ ਉਹ ਹੁਣ P ਸਾਈਡ ਤੇ ਆ ਜਾਂਦਾ। ਉਹ P ਸਾਈਡ ਤੇ ਆਉਣ ਦੇ ਨਾਲ ਤੁਸੀਂ ਦੇਖੋ ਇੱਥੇ ਕੀ ਹੈਗਾ ਬੇਟਾ ਇਹ ਐਗਜ਼ਿਟ ਹੋ ਗਿਆ। tRNA ਹੁਣ ਜਿਹੜਾ ਹੈਗਾ ਇਹਦੇ ਕੋਲੇ ਅਮੀਨੋ ਐਸਿਡ ਨਹੀਂ ਹੈ, ਪਹਿਲਾਂ ਜਦੋਂ ਆਇਆ ਸੀ ਇਹਦੇ ਕੋਲੇ ਅਮੀਨੋ ਐਸਿਡ ਸੀਗਾ, ਹੁਣ ਉਹ ਖਾਲੀ ਹੋ ਕੇ ਅਨਲੋਡ ਹੋ ਕੇ ਚਲਿਆ ਗਿਆ ਤਾਂ ਉਹਨੇ ਆਪਣਾ ਅਮੀਨੋ ਐਸਿਡ ਛੱਡਤਾ ਇੱਥੇ। ਸੋ ਇਸੇ ਤਰ੍ਹਾਂ ਹੀ ਟ੍ਰਿਪਲੇਟਸ ਨੂੰ ਅਲੱਗ-ਅਲੱਗ tRNA ਪੜ੍ਹਦੇ ਜਾਣਗੇ ਤੇ ਆ ਕੇ ਇਹਦੇ ਉੱਤੇ ਐਂਟੀਕੋਡਸ ਲਾ ਕੇ ਤੇ ਆਪਣਾ ਜਿਹੜਾ ਹੈਗਾ ਅਮੀਨੋ ਐਸਿਡ ਦੀ ਜਿਹੜੀ ਲੜੀ ਹੈ ਉਹ ਲੰਬੀ ਹੁੰਦੀ ਜਾਊਗੀ। ਸੋ ਇਹਨੂੰ ਅਸੀਂ ਪੋਲੀਪੈਪਟਾਈਡ ਚੇਨ ਕਹਿੰਦੇ ਆ। ਇਹ ਗਰੂਵ ਹੈਗੀ ਹੈ ਬੇਟਾ ਜਿਹਦੇ ਵਿੱਚ ਦੀ ਲੰਘਦੀ ਹੈ, ਪੋਲੀਪੈਪਟਾਈਡ ਚੇਨ ਹੈ ਜਿਹੜੀ ਗਰੂਵ ਦੇ ਵਿੱਚ ਦੀ ਜਾਂਦੀ ਹੈ ਤਾਂ ਕਿ ਜਿਹੜੇ ਐਂਜ਼ਾਈਮਸ ਹੈਗੇ ਨੇ ਉਹ ਇਹਨੂੰ ਨੁਕਸਾਨ ਨਾ ਕਰਨ। ਸੋ ਇਸ ਤਰ੍ਹਾਂ ਨਾਲ ਇਲੌਂਗੇਸ਼ਨ ਹੁੰਦੀ ਹੈ ਤੇ GTP ਇਜ਼ ਰਿਕੁਆਇਰਡ ਤੇ ਯੂਕੈਰੀਓਟਿਕ ਇਲੌਂਗੇਸ਼ਨ ਫੈਕਟਰ 1 ਇਹਦੀ ਲੋੜ ਹੈਗੀ ਹੈ। ਤੇ ਜਦੋਂ ਹੀ ਦੇਖੋ ਜਿਹੜਾ ਮੈਸੇਂਜਰ RNA ਆ ਜਦੋਂ ਇਹ ਥੋੜਾ ਜਿਹਾ ਜਰਕ ਦੇ ਨਾਲ ਅੱਗੇ ਨੂੰ ਜਾਂਦਾ ਹੈਗਾ ਤਾਂ ਉਸ ਨੂੰ ਕਹਿੰਦੇ ਨੇ ਟ੍ਰਾਂਸਲੋਕੇਸ਼ਨ। ਜਿਹੜਾ ਉਹਦਾ ਜਗ੍ਹਾ ਹੈਗੀ ਹੈ ਉਹ ਚੇਂਜ ਹੋ ਜਾਂਦੀ ਹੈ, ਟ੍ਰਾਂਸਲੋਕੇਸ਼ਨ ਲੋਕੇਟ ਹੋ ਜਾਂਦੀ। ਸੋ ਇਹਦੇ ਨਾਲ ਜਦੋਂ ਉਹਦੀ ਜਗ੍ਹਾ ਚੇਂਜ ਹੋ ਗਈ ਇਹਦੇ ਵਾਸਤੇ ਐਂਜ਼ਾਈਮ ਚਾਹੀਦਾ ਟ੍ਰਾਂਸਲੋਕੇਜ਼, ਮਤਲਬ ਮੈਸੇਂਜਰ RNA ਨੂੰ ਅੱਗੇ ਲੈ ਕੇ ਜਾਣ ਵਾਸਤੇ ਇੱਕ ਐਂਜ਼ਾਈਮ ਦੀ ਲੋੜ ਹੈਗੀ ਹੈ, ਨਾਲ GTP એનર્ਜੀ ਦੀ ਵੀ ਲੋੜ ਹੈ। ਹੁਣ ਤੁਸੀਂ ਕਿਤੇ ਭਾਰ ਢੋਣਾ ਹੈਗਾ ਜਾਂ ਕੋਈ ਚੀਜ਼ ਨੂੰ ਧੱਕਣਾ, એનર્ਜੀ ਤਾਂ ਚਾਹੀਦੀ ਹੈ, ਹਰੇਕ ਸਟੈਪ ਦੇ ਉੱਤੇ ਹੀ ਚਾਹੀਦੀ। ਸੋ ਇਸੇ ਤਰ੍ਹਾਂ ਨਾਲ ਵਾਰ-ਵਾਰ ਦਿਸ ਪ੍ਰੋਸੈਸ ਇਜ਼ ਰਿਪੀਟਡ, ਵਾਰ-ਵਾਰ ਜਿਹੜੇ tRNA ਆਉਣਗੇ ਐਕਟੀਵੇਟਡ tRNA ਨੇ ਸਾਰੇ, ਉਹਨਾਂ ਕੋਲ ਅਮੀਨੋ ਐਸਿਡਸ ਹੈਗੇ ਨੇ ਤੇ ਉਹ ਆਈ ਜਾਂਦੇ ਨੇ ਵੱਖਰੇ ਕੋਡੋਨਸ ਨੂੰ ਪਹਿਚਾਨ ਕੇ ਉਹਨਾਂ ਦੇ ਨਾਲ ਹਾਈਡਰੋਜਨ ਬੌਂਡ ਬਣਾ ਲੈਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਪੈਪਟਾਈਡ ਬੌਂਡ ਬਣ ਗਿਆ ਤਾਂ ਇਹ ਜਿਹੜਾ tRNA ਇਹਨੇ ਆਪਣਾ ਬੌਂਡ ਜਿਹੜਾ ਹੈਗਾ ਉਹਦੇ ਨਾਲੋਂ ਤੋੜ ਲਿਆ, ਤੋੜ ਕੇ ਫਿਰ ਉਸ ਤੋਂ ਬਾਅਦ ਜਦੋਂ RNA ਥੋੜਾ ਟਵਿਸਟ ਹੁੰਦਾ ਗਾ ਤਾਂ ਇਹ ਲਿਬਰੇਟ ਹੋ ਜਾਂਦਾ, ਐਗਜ਼ਿਟ ਹੋ ਜਾਂਦਾ ਥਰੂ E ਸਾਈਡ। ਤਾਂ ਇਸ ਤਰ੍ਹਾਂ ਨਾਲ ਚੇਨ ਜਿਹੜੀ ਹੈਗੀ ਹੈ ਇਹ ਇਲੌਂਗੇਟਸ। ਹੁਣ ਟਰਮੀਨੇਸ਼ਨ ਕਰੂਗੀ, ਟਰਮੀਨੇਟ ਅਖੀਰ ਤੇ ਜਾ ਕੇ ਤੁਸੀਂ ਦੇਖੋ ਅਸੀਂ ਪਹਿਲਾਂ ਵੀ ਕੀਤਾ ਸੀ ਕਿ UAA UAG ਐਂਡ UGA ਔਕਰ ਐਂਬਰ ਤੇ ਔਕਰ ਇਹ ਤਿੰਨ ਨੌਨਸੈਂਸ ਕੋਡੋਨਸ ਨੇ।
नॉनसेंस, जिन्हों ने कोई सेंस ही नहीं बनती, कोई गल ही नहीं बनती, इन्होंने कोई पहचानता नहीं। सो ये मूर्ख जे पे ने, पर ये भी बड़ा काम देंगे। जे हुण ये ना पहचानने वाले होणगे तां कित्थे तक जाई जाऊगी पॉलीपेप्टाइड चेन। सो उन्हें किते जाके तो रुकना ना। सो इस करके इन्हों असीं निकम्मे कहने आ, पर ये फिर भी बहुत काम दे हैं। जिथे ही ये नॉनसेंस आ देखो UAA आ गया, इनू किसी भी TRNA ने पहचानिया नहीं है। जदों इनू कोई पहचानना नहीं है, फिर उस तो बाद जिहड़ा हैगा इत्थे जिहड़ा P साइड ते जिहड़ा TRNA पे है वो रिलीज़ हो जाता, तो ये वास्ते रिलीजिंग फैक्टर आके लग जाता। जदों नॉन जिहड़े हैगे नॉनसेंस कोडोन्स आ जाते हैं, फिर रिलीज फैक्टर आके मैसेंजर RNA पे लग जाता, तो जिहड़े TRNA P साइड ते पे रिलीज़ हो जाता, तो टर्मीनेट हो जाती है पॉलीपेप्टाइड चेन, वो खत्म हो जाती है। सो उस तो बाद जिहड़े दोनों सब यूनिट्स हैगे ने दे डिसोसीएट सैपरेट हो जाते हैं, तो ये वास्ते डिसोसीएटिंग फैक्टर चाहिए होंगे जिहड़ा कि उन्होंने आके वक्खो वखरा करना। इत्थे एसोसीएशन वास्ते मैं भुल गई, मैग्नीशियम आयन की जिहड़ी हैगी है वो जरूरत हैगी है, शायद किया कि नहीं किया। तो आ मैग्नीशियम आयन दीज आर नीडेड फॉर इनिशिएशन, शुरू करने वास्ते। सो ये जिहड़ा हैगा मैग्नीशियम आयन की होंद दे विच ही ये एसोसीएट होंदे ने, मैग्नीशियम आयन्स घट जाते हैं, दैन दे विल सैपरेट एंड डिसोसीएट। सो ये नाल ही बेटा जिहड़ा हैगा देखो 40S मैसेंजर RNA TRNA मिथियोनाइन, इत्थे जिहड़ा असीं कीता सी 40S TRNA, ये नाल ही मैसेंजर RNA लिखिया नहीं हैगा, नाल ही हैगा मैसेंजर RNA मिथियोनाइन हैगा, ते नाल इत्थे 40S आके जुड़दा है, जिहड़ा मैं तुहानूं दस्सिया सी भी जदों ये पहलां सारे जुड़ जाते हैं, छोटा सब यूनिट ਉਹਦੇ ਨਾਲ ਮੈਸੇਂਜਰ RNA जुड़ ਜਾਂਦਾ, फिर ਉਹਦੇ ਨਾਲ आके TRNA जुड़ ਜਾਂਦਾ, उस तो बाद फिर ਜਿਹੜਾ ਹੈਗਾ ਲਾਰਜਰ सब यूनिट ਆਉਂਦਾ ਪਹਿਲਾਂ ਨਹੀਂ ਆਉਂਦਾ। सो ਇੱਥੇ ATS ਬਣ ਗਿਆ ਮੈਸੇਂਜਰ RNA TRNA ਮਿਲ। सो हाँ जी बेटा, ਜਦੋਂ पॉलीपेप्टाइड चेन रिलीज़ हो जाती है, वैन इट इज़ रिलीज नॉनसेंस कढाउण आ गए तो पॉलीपेप्टाइड चेन है जी वो खत्म हो जाती है, P साइड तो RNA जिहड़ा चले जाता है, तो पॉलीपेप्टाइड चेन इज रिलीज। इत्थों रिलीज हो के इमेच्योर होंदी है, उस तो बाद ये कॉइल होंदी है, फोल्ड होंदी है, सैकेंडरी एंड टर्शरी फॉर्म दे विच आ जाती है। इहदी शक्ल जिहड़ी है बदल जाती है, मतलब जिहड़े रिएक्टिव साइट्स हैगियां ने वो बॉन्ड बना लैंदियां ने ते थोड़ी जी शक्ल लै लैंदियां ने, खास 3 डायमेंशनल स्ट्रक्चर्स बन जांदियां ने, ਜਾਂ फिर होर पॉलीपेप्टाइड चेन्स के नाल मिल के कटरनरी जिहड़ी हैगी प्रोटीन्स बन जाती। आफ्टर दैट जिहड़ा रफ एंडोप्लाज्मिक रेटिकुलम उहदे उत्ते राइबोसोम्स लगे होंदे ने, वो एक पाइप मान लो भी पाइपां जिहियां विछियां होंदियां ने, उन्हां दे बाहरले पासे राइबोसोम्स लगे होंदे ने, थैलियां जिहियां ला लो, तां उन्हां दे विच दी हो के उन्हां दे ल्यूमन दे विच दी लंघ के एंड गॉल्जी अपरेटस तक चले जाते। गॉल्जी अपरेटस से जाके फिर उत्थे इहदी जिहड़ी हैगी है मैच्योरेशन है जिहड़ी उत्थे जाके आउंदी है, तां उत्थे हाइड्रोलाइटिक एंजाइम्स ने जिहड़े वो तैयार हो के वेसिकल्स दे विच पैक हो जाते हैं। सो मैनूं लगदा बेटा भी तुहानूं चंगी तरह समझ आ गई होनी। मैं हुण टाइम वेस्ट करन तो बिना एक छोटी जी वीडियो थोड़ी ऐड करूँगी इहदे नाल जिहड़ी कि तुहानूं क्लीयर कर। So, thank you. Here is a cell, the basic unit of all living tissue. In most human cells, there is a structure called the nucleus. The nucleus contains the genome. In humans, the genome is split between 23 pairs of chromosomes. Each chromosome contains a long strand of DNA, tightly packaged around proteins called histones. Within the DNA are sections called genes. These genes contain the instructions for making proteins. When a gene is switched on, an enzyme called RNA polymerase attaches to the start of the gene.
It moves along the DNA, making a strand of messenger RNA out of free bases in the nucleus. The DNA code determines the order in which the free bases are added to the messenger RNA. This process is called transcription. Before the messenger RNA can be used as a template for the production of proteins, it needs to be processed. This involves removing and adding sections of RNA. The messenger RNA then moves out of the nucleus into the cytoplasm. Protein factories in the cytoplasm, called ribosomes, bind to the messenger RNA. The ribosome reads the code in the messenger RNA to produce a chain made up of amino acids. There are 20 different types of amino acid. Transfer RNA molecules carry the amino acids to the ribosome. The messenger RNA is read 3 bases at a time. As each triplet is read, a transfer RNA delivers the corresponding amino acid. This is added to a growing chain of amino acids. Once the last amino acid has been added, the chain folds into a complex 3D shape to form the protein.